और हकीकत सनास्त जाहर जहूर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਇਸ ਧਰਤੀ ਤੇ ਸੱਚਖੰਡ ਬਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਲਿਖਦੇ ਹਨ, ਸਾਧ ਸੰਗਤ ਸੱਚਖੰਡ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਜੋ ਸੱਚਖੰਡ ਦਾ ਨਜ਼ਾਰਾ ਹੈ ਉਹ ਆਮ ਲੋਕਾਂ ਨੂੰ ਵੀ ਮਿਲ ਜਾਵੇ, ਸਾਰਿਆਂ ਦਾ ਭਲਾ ਹੋ ਜਾਵੇ, ਸਾਰੇ ਸੱਚਖੰਡ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਣ। ਗੁਰੂ ਸਾਹਿਬ ਧਰਤੀ 'ਤੇ ਆ ਕੇ ਸਾਧ ਸੰਗਤ ਰੂਪੀ ਸੱਚਖੰਡ ਵਸਾ ਦਿੱਤਾ। ਸਾਧ ਸੰਗਤ ਜੀ ਭਾਈ ਸਾਹਿਬ ਹੋਰ ਵੀ ਬਚਨ ਲਿਖਦੇ ਨੇ, ਉਹ ਕਹਿੰਦੇ ਨੇ ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ। ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ, ਲਖ ਸ਼ਿਸ਼ਿਰ ਲਖ ਭਾਨ ਕਿਰਨ ਠਰੂਰ ਹੈ। ਇਹਦਾ ਮਤਲਬ ਹੈ ਕਿ ਸਾਧ ਸੰਗਤ ਵਿੱਚ ਇੰਨਾ ਨੂਰ ਹੈ, ਇੰਨੀ ਰੋਸ਼ਨੀ ਹੈ, ਇਤਨਾ ਪ੍ਰਕਾਸ਼ ਹੈ, ਇਤਨਾ ਚਾਨਣਾ ਹੈ ਸਾਧ ਸੰਗਤ ਵਿੱਚ ਕਿ ਉਹਦੇ ਸਾਹਮਣੇ ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਦੀਆਂ ਰਿਸ਼ਮਾਂ ਵੀ ਮੱਧਮ ਪੈ ਜਾਂਦੀਆਂ। ਲੱਖਾਂ ਸੂਰਜਾਂ ਦੀਆਂ ਕਿਰਨਾਂ ਤੇ ਲੱਖਾਂ ਚੰਦਰਮਾ ਦੀਆਂ ਰਿਸ਼ਮਾਂ ਪ੍ਰਕਾਸ਼ ਕਰਨ ਵਾਲੀਆਂ ਸਾਧ ਸੰਗਤ ਦੇ ਸਾਹਮਣੇ ਮੱਧਮ। ਲੱਖ ਸ਼ਿਸ਼ਿਰ, ਸ਼ਿਸ਼ਿਰ ਕਹਿੰਦੇ ਨੇ ਚੰਦਰਮਾ ਨੂੰ, ਲੱਖ ਭਾਨ, ਭਾਨ ਕਹਿੰਦੇ ਨੇ ਸੂਰਜ ਨੂੰ। ਲੱਖਾਂ ਸੂਰਜ ਤੇ ਲੱਖਾਂ ਚੰਦਰਮਾ, ਉਹਨਾਂ ਦੀਆਂ ਕਿਰਨਾਂ, ਆਹ ਜਿਹੜਾ ਨੂਰ ਹੈ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਜੋ ਬਾਣੀ ਦਾ ਨੂਰ ਮਿਲਦਾ ਹੈ, ਜਿਹੜਾ ਗੁਰਬਾਣੀ ਦਾ ਕੀਰਤਨ ਸੁਣ ਕੇ ਜਾਂ ਗੁਰਬਾਣੀ ਦੀ ਕਥਾ ਸੁਣ ਕੇ ਗਿਆਨ ਮਿਲਦਾ, ਉਹਦੇ ਸਾਹਮਣੇ ਉਹ ਮੱਧਮ ਹੈ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, 100 ਚੰਦਰਮਾ ਹੋਣ ਤੇ ਹਜ਼ਾਰਾਂ ਸੂਰਜ ਹੋਣ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਵੀ ਬੰਦਾ ਤੇ ਹਨੇਰੇ ਵਿੱਚ ਹੀ ਹੈ ਨਾ, ਭਟਕ ਰਿਹਾ, ਉਹਦੇ ਅੰਦਰ ਤੇ ਸ਼ੰਕੇ ਮਿਟੇ ਕੋਈ ਨਹੀਂ, ਉਹਦਾ ਭਰਮ ਨਹੀਂ ਟੁੱਟਾ। ਇਸ ਸੰਸਾਰ ਦੇ ਵਿੱਚ ਸਭ ਤੋਂ ਦੁੱਖ ਦੇਣ ਵਾਲੀ ਚੀਜ਼ ਭਰਮ ਹੈ। ਦੁੱਖ ਤੋਂ ਵੱਡਾ, ਭਰਮ ਤੋਂ ਵੱਡਾ ਕੋਈ ਦੁੱਖ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਰਮ ਦੇ ਵਿੱਚ ਰੱਸੀ ਸੱਪ ਦਿਸਦੀ ਹੈ ਤੇ ਬੰਦਾ ਡਰ ਡਰ ਕੇ ਮਰੀ ਜਾਂਦਾ। ਜਦੋਂ ਉਹ ਬੰਦੇ ਦੇ ਸਾਹਮਣੇ ਪ੍ਰਕਾਸ਼ ਕਰ ਦਈਏ, ਰੋਸ਼ਨੀ ਕਰ ਦਈਏ, ਰੱਸੀ ਦਾ ਪ੍ਰਤੱਖ ਗਿਆਨ ਹੋ ਜਾਵੇ, ਸੱਪ ਦਾ ਭਰਮ ਨਿਕਲ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਕਹਿੰਦੇ ਹਰ ਬਿਮਾਰੀ ਦਾ ਇਲਾਜ ਹੈ, ਵਹਿਮ ਦਾ ਕੋਈ ਇਲਾਜ ਨਹੀਂ, ਭਰਮ ਦਾ ਕੋਈ ਇਲਾਜ ਨਹੀਂ। ਕੋਈ ਦਵਾਈ ਨਹੀਂ ਬਣੀ, ਕੋਈ ਐਸੀ ਡੋਜ਼ ਡਾਕਟਰ ਦਵੇ ਵੀ ਭਰਮ ਨਿਕਲ ਜਾਵੇ। ਡਾਕਟਰ ਆਪ ਵਿਚਾਰੇ ਕਈ ਵਾਰੀ ਭਰਮ 'ਚ ਬਿਮਾਰ ਹੋ ਜਾਂਦੇ ਆ, ਉਹਨਾਂ ਨੂੰ ਦਵਾਈ ਨਹੀਂ ਲੱਭਦੀ। ਸੰਸਾਰ ਦੇ ਸਾਰੇ ਭਰਮਾਂ ਦਾ ਨਾਸ ਗੁਰੂ ਸਾਹਿਬ ਦੀ ਬਾਣੀ ਕਰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਪ ਤੇ ਦਰਸ਼ਨ ਪਾਇਆ। ਜਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੰਗਤ 'ਚ ਆਉਂਦੇ ਹਾਂ, ਉਦੋਂ ਸਾਡਾ ਭਰਮ ਭੁਲੇਖਾ ਮਿਟਦਾ ਹੈ ਤੇ ਫਿਰ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ।
ਜਿੰਨੇ ਧਰਮ ਸਥਾਨ ਬਣੇ ਨੇ, ਗੁਰਦੁਆਰੇ, ਮੰਦਰ, ਚਰਚ, ਮਸਜਿਦ, ਮਸੀਤ, ਜਿੰਨੇ ਵੀ ਸਥਾਨ ਨੇ, ਜਿੰਨੇ ਧਰਮ ਨੇ, ਜਿੰਨੇ ਧਰਮ ਗ੍ਰੰਥ ਨੇ, ਕਾਹਦੇ ਵਾਸਤੇ ਨੇ? ਕਿ ਬੰਦਾ ਸੁਖੀ ਹੋਵੇ, ਸ਼ਾਂਤੀ ਮਿਲੇ। ਜੇ ਬੰਦਾ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਵੀ, ਗੁਰਦੁਆਰਿਆਂ 'ਚ ਆ ਕੇ ਵੀ ਅਜੇ ਸ਼ਾਂਤ ਨਹੀਂ ਹੈ, ਤਾਂ ਫਿਰ ਕਦੋਂ ਸ਼ਾਂਤ ਹੋਵੇਗਾ? ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਹਰ ਕੀ ਅਗਨ ਬੁਝਤ ਜਲ, ਸਰਤਾ ਕੈ ਨਾਉ ਮੈਂ ਜੋ ਆਗ ਲਗੇ, ਕੈਸੇ ਕਹਿ ਬੁਝਾਈ ਹੈ। ਬਾਹਰ ਕਿਸੇ ਮਕਾਨ ਨੂੰ, ਕਿਸੇ ਬਾਜ਼ਾਰ ਨੂੰ, ਕਿਸੇ ਮਾਰਕੀਟ ਨੂੰ, ਕਿਸੇ ਗੋਦਾਮ ਨੂੰ ਅੱਗ ਲੱਗ ਜਾਵੇ, ਨਦੀ ਦਾ ਪਾਣੀ ਲਿਆ ਕੇ ਉਹਨੂੰ ਬੁਝਾ ਲਈਦਾ, ਅੱਗ ਬੁਝ ਜਾਂਦੀ ਹੈ। ਪਰ ਜੇ ਨਦੀ ਦੇ ਵਿੱਚ ਕਿਸ਼ਤੀ ਸੜ ਕੇ ਸੁਆਹ ਹੋ ਜਾਵੇ, ਫਿਰ ਦੱਸੋ, ਫਿਰ ਕੀ ਬਣੇਗਾ? ਸਮਝੋ ਇਸ ਗੱਲ ਨੂੰ। ਭਾਈ ਸਾਹਿਬ ਕਹਿੰਦੇ ਆ, ਬਾਹਰ ਕੀ ਅਗਨ ਬੁਝਤ ਜਲ, ਸਰਤਾ ਮੈਂ ਨਾਉ में जो आग लगे, कैसे कह बुझाइए। बाहर से भाग ओट लीजिए तो कोट गढ़, गढ़ में लूट लीजिए कहो ठहराइए। बाहर चोरां डाकुआं तो, दुश्मनों तो बचण लई किले 'ਚ ਜਾਈਦਾ ਹੈ, ਥਾਣੇ 'ਚ ਜਾਈਦਾ ਹੈ, ਪੁਲਿਸ ਕੋਲ ਜਾਈਦਾ ਹੈ। ਜੇ ਉੱਥੇ ਹੀ ਮਾਰੇ ਜਾਈਏ ਫਿਰ ਕਿੱਥੇ ਜਾ ਕੇ ਬਚਾਂਗੇ? ਚੋਰਨ ਕੇ ਤਰਾਸ ਸ਼ਰਨ ਨਰਿੰਦ ਗਹਿ, ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈਏ। ਚੋਰਾਂ ਤੋਂ ਡਰ ਕੇ ਰਾਜੇ ਦੀ ਸ਼ਰਨ ਪਕੜੀ ਦੀ ਹੈ, ਰਾਜਾ ਜੀ ਬਚਾਓ। ਜੇ ਰਾਜਾ ਹੀ ਮਾਰ ਦੇਵੇ ਫਿਰ ਕਿੱਥੇ ਬਚਾਂਗੇ? ਬਾਹਰ ਦੀ ਅੱਗ ਤੋਂ, ਬਾਹਰ ਦੇ ਚੋਰਾਂ ਤੋਂ, ਬਾਹਰ ਦੇ ਦੁਸ਼ਮਣਾਂ ਤੋਂ ਬਚਦੇ ਬਚਦੇ ਜੇ ਅੰਦਰ ਸੜ ਗਏ। ਇਸੇ ਤਰ੍ਹਾਂ ਹੀ ਭਾਈ ਸਾਹਿਬ ਕਹਿੰਦੇ ਆ, ਮਾਇਆ ਡਰ ਡਰਪਤ ਹਾਰ, ਗੁਰਦੁਆਰੇ ਜਾਵੇ। ਗੁਰੂ ਦੇ ਦੁਆਰੇ 'ਤੇ ਉਦੋਂ ਬੰਦਾ ਜਾਂਦਾ ਜਦੋਂ ਬਾਹਰ ਦੇ ਭਰਮ ਭੁਲੇਖੇ ਦੁਖੀ ਕਰਦੇ ਨੇ। ਬਾਹਰ ਦੇ ਸੰਸੇ ਮਿਟਾਉਣ ਲਈ ਗੁਰੂ ਘਰ ਜਾਈਦਾ। ਜੇ ਗੁਰੂ ਘਰ ਜਾ ਕੇ ਵੀ ਸੰਸਾ ਨਾ ਮਿਟਿਆ ਫਿਰ ਕਿੱਥੇ ਮਿਟੇਗਾ? ਮਾਇਆ ਡਰ ਡਰਪਤ ਹਾਰ, ਗੁਰਦੁਆਰੇ ਜਾਵੇ। ਤਹਾਂ ਜੋ ਵਿਆਪੈ ਮਾਇਆ, ਕਹਾਂ ਠਹਿਰਾਈਐ। ਇੱਥੇ ਆ ਕੇ ਸਾਡਾ ਮਨ ਸ਼ਾਂਤ ਹੋਣਾ ਚਾਹੀਦਾ ਹੈ, ਗੁਰੂ ਦੀ ਬਾਣੀ ਨਾਲ ਪਿਆਰ ਹੋਣਾ ਚਾਹੀਦਾ ਹੈ, ਤਾਂ ਹੀ ਬੰਦਾ ਸੁਖੀ ਹੋ ਸਕਦਾ ਹੈ। ਸੰਸਾਰ ਦੇ ਵਿੱਚ ਦੋ ਸ਼ਕਤੀਆਂ ਨੇ, ਨੇਕੀ ਤੇ ਬਦੀ। ਬਦੀ ਬੰਦੇ ਨੂੰ ਦੁੱਖ ਦਿੰਦੀ ਹੈ, ਨੇਕੀ ਸੁੱਖ ਦਿੰਦੀ ਹੈ। ਬਦੀ ਹਮੇਸ਼ਾ ਪੈਰ ਪਸਾਰਦੀ ਹੈ ਵੀ ਇਹ ਬੰਦਾ ਸੁਖੀ ਨਾ ਹੋਵੇ। ਨੇਕੀ ਹਮੇਸ਼ਾ ਯਤਨ ਕਰਦੀ ਹੈ ਕਿ ਸਾਰੇ ਸੁਖੀ ਹੋ ਜਾਣ। ਇਸੇ ਕਰਕੇ ਇਹਨਾਂ ਦਾ ਜੰਗ ਹੁੰਦਾ ਹੈ। ਔਰੰਗਜ਼ੇਬ ਦਾ ਤੇ ਗੁਰੂ ਸਾਹਿਬ ਦਾ ਕੋਈ ਜਾਤੀ ਵੈਰ ਨਹੀਂ ਹੈ, ਪਰ ਨੇਕੀ ਬਦੀ ਦਾ ਝਗੜਾ ਹੈ। ਦਸਮ ਪਾਤਸ਼ਾਹ ਜੀ ਲਿਖਦੇ ਨੇ ਚੰਡੀ ਚਰਿੱਤਰ ਵਿੱਚ ਕਿ ਅਕਾਲ ਪੁਰਖ ਬੈਰ ਵਡਾਏ, ਲੜਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ। ਚੰਗੇ ਤੇ ਮਾੜਿਆਂ ਵਿੱਚ ਵੈਰ ਪਾ ਦਿੰਦਾ ਹੈ ਤੇ ਉਹਨਾਂ ਦਾ ਤਮਾਸ਼ਾ ਵੇਖਦਾ, ਉਹ ਲੜਦੇ ਰਹਿੰਦੇ। ਅਨਾਦਿ ਕਾਲ ਤੋਂ ਇਹ ਖੇਡ ਚਲੀ ਆ ਰਹੀ ਹੈ, ਅੱਜ ਦੀ ਨਹੀਂ ਹੈ। ਔਰੰਗਜ਼ੇਬ ਨੇ ਜੋ ਜ਼ੁਲਮ ਕੀਤੇ ਹਨ, ਅਤਿਆਚਾਰ ਕੀਤੇ ਹਨ, ਪਾਪ ਕੀਤੇ ਹਨ, ਉਹਨਾਂ ਦਾ ਭਾਂਡਾ ਭੰਨਣ ਲਈ ਕਲਗੀਧਰ ਕਲਮ ਚੁੱਕ ਲਈ ਹੈ। ਪਹਿਲਾਂ ਕਿਰਪਾਨ ਵਾਹੀ ਹੈ, ਹੁਣ ਕਲਮ ਵਾਹ ਰਹੇ ਨੇ। ਕਿਰਪਾਨ ਵੀ ਬੁਰਾ ਕਰਨ ਵਾਸਤੇ ਨਹੀਂ ਵਾਹੀ ਤੇ ਕਲਮ ਵੀ ਭਲੇ ਵਾਸਤੇ ਵਾਹ ਰਹੇ ਨੇ। ਕਿਰਪਾਨ ਵੀ ਤੇ ਕਲਮ ਭਲੇ ਵਾਸਤੇ ਚੱਲੀ ਹੈ, ਗੁਰੂ ਸਾਹਿਬ ਦੀ, ਬੁਰਾ ਨਹੀਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦਾ ਭਲਾ ਹੀ ਗੁਰੂ ਸਾਹਿਬ ਦਾ ਮਕਸਦ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿਉਂ ਹੋਵੇ। ਹੁਣ ਮਹਾਰਾਜ ਪਰਮਾਤਮਾ ਦੇ, ਵਾਹਿਗੁਰੂ ਦੇ ਗੁਣ ਔਰੰਗਜ਼ੇਬ ਨੂੰ ਪਹਿਲਾਂ ਸੁਣਾਏ, ਕਿਉਂਕਿ ਪਰਮਾਤਮਾ ਦੀ ਉਸਤਤ ਕਰਨੀ ਜ਼ਰੂਰੀ ਹੈ ਹਰ ਕੰਮ ਤੋਂ ਪਹਿਲਾਂ।
ਕੋਈ ਵੀ ਕੰਮ ਕਰਨਾ, ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰੋ, ਉਹਦੇ ਗੁਣਾਂ ਨੂੰ ਯਾਦ ਕਰੋ, ਤੁਹਾਡਾ ਕੰਮ ਸਫਲ ਹੋਵੇਗਾ। ਜੇ ਕੰਮ ਦੇ ਵਿੱਚ ਰੱਬ ਨੂੰ ਯਾਦ ਨਹੀਂ ਕੀਤਾ ਤੇ ਉਹ ਕੰਮ ਸਫਲ ਨਹੀਂ ਹੋਵੇਗਾ, ਉਹਦੇ 'ਚ ਕੋਈ ਨਾ ਕੋਈ ਵਿਘਨ ਪੈ ਜਾਏਗਾ, ਕੋਈ ਨਾ ਕੋਈ ਰੁਕਾਵਟ ਪੈ ਜਾਏਗੀ। ਇਸੇ ਕਰਕੇ ਸਾਹਿਬ ਕਹਿੰਦੇ ਨੇ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੋ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਉਸ ਪ੍ਰਭੂ ਦੀਆਂ ਉਸਤਾਂ ਦੱਸ ਕੇ ਅੱਜ ਔਰੰਗਜ਼ੇਬ ਨੂੰ ਥੋੜ੍ਹੀਆਂ ਖਰੀਆਂ ਸੁਣਾਉਣ ਲੱਗੇ। ਸੁਣੋ ਪਿਆਰ ਨਾਲ, ਆਖੋ ਸਤਿਨਾਮ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇ ਦਾਨਸ ਪੀਜੂ ਹਸਤ ਸਾਹਿਬ ਸੌਰ। ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਨਾ, ਉਹ ਸਿਆਣਿਆਂ ਨੂੰ ਲੱਭਦਾ ਰਹਿੰਦਾ ਹੈ, ਯਾਨੀ ਗਿਆਨ ਦੀ ਕਦਰ ਕਰਦਾ। ਆਖੋ ਸਤਿਨਾਮ ਸ੍ਰੀ। ਉਹ ਗਿਆਨ ਦੀ ਕਦਰ ਕਰਦਾ, ਸਮਝਦਾਰ ਬੰਦੇ ਨੂੰ ਕੋਲ ਬਿਠਾਉਂਦਾ, ਉਹਨੂੰ ਹੋਰ ਸਮਝ ਦਿੰਦਾ, ਉਹਦੇ ਤੇ ਸਿਰ ਤੇ ਹੱਥ ਰੱਖਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਿਰਗੁਣਿਆਰਿਆਂ ਨੂੰ ਗੁਣ ਦਿੰਦਾ, ਗੁਣਵੰਤਿਆਂ ਨੂੰ ਹੋਰ ਗੁਣ ਦਿੰਦਾ। ਉਹ ਅਕਲ ਦੀ, ਬੁੱਧੀ ਦੀ, ਗਿਆਨ ਦੀ ਕਦਰ ਕਰਨ ਵਾਲਾ ਹੈ। ਕਿ ਸਾਹਿਬ ਪਿਯੂ ਅਸਤ, ਕਿ ਦਾਨਿਸ਼ ਪਿਯੂ ਅਸਤ। ਦਾਨਿਸ਼ ਜਿਹੜੇ ਸਿਆਣੇ ਹਨ, ਦਾਨਾ ਪੁਰਸ਼ ਹਨ, ਉਹਨਾਂ ਨੂੰ ਕਦਰ ਕਰਦਾ, ਉਹਨਾਂ ਨੂੰ ਤਲਾਸ਼ ਕਰਦਾ। ਕਿ ਸਾਹਿਬ ਸ਼ਊਰ, ਦਿਮਾਗ ਦਾ, ਅਕਲ ਦਾ ਉਹ ਮਾਲਕ ਹੈ, ਖਜ਼ਾਨਾ ਹੈ। ਜਿਵੇਂ ਕੱਲ੍ਹ ਵੀ ਵਿਚਾਰ ਹੋਈ ਸੀ, ਗੁਰੂ ਸਾਹਿਬ ਉਹਨਾਂ ਸ਼ਬਦਾਂ ਨੂੰ ਦੁਹਰਾ ਰਹੇ ਨੇ। ਔਰ ਜਦੋਂ ਕੋਈ ਸ਼ਬਦ ਦੁਹਰਾਇਆ ਜਾਂਦਾ, ਉਹਦਾ ਮਤਲਬ ਹੁੰਦਾ ਵੀ ਸੁਣਨ ਵਾਲੇ ਦੇ ਦਿਮਾਗ ਵਿੱਚ ਇੱਕ ਵਾਰੀ ਜੇ ਗੱਲ ਨਹੀਂ ਸੁਣ ਸਕਿਆ, ਦੂਜੀ ਵਾਰੀ ਸੁਣ ਲਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਸ਼ਬਦ ਦੁਹਰਾ ਕੇ ਕਿਹਾ ਜਾਂਦਾ, ਉਹ ਵਜਨਦਾਰ ਸ਼ਬਦ ਹੁੰਦਾ, ਮਹੱਤਵਪੂਰਨ ਸ਼ਬਦ ਹੁੰਦਾ, ਰਿਪੀਟ ਕੀਤਾ ਜਾਂਦਾ। ਮਹਾਰਾਜ ਫਿਰ ਰਿਪੀਟ ਕਰ ਰਹੇ ਨੇ ਕਿ ਪਰਮਾਤਮਾ ਸਾਹਿਬ ਦਿਮਾਗ ਹੈ, ਉਹ ਬੁੱਧੀ ਦਾ, ਦਿਮਾਗ ਦਾ ਖਜ਼ਾਨਾ ਹੈ। ਉਸ ਪ੍ਰਭੂ ਕੋਲ ਇਤਨਾ ਗਿਆਨ ਹੈ, ਕੁੱਲ ਦੁਨੀਆ ਨੂੰ ਉਹਨੇ ਗਿਆਨ ਦਿੱਤਾ, ਫਿਰ ਵੀ ਉਹਦਾ ਖਜ਼ਾਨਾ ਭਰਿਆ ਹੀ ਹੈ, ਉਹਦੇ ਖਜ਼ਾਨੇ ਨਹੀਂ ਘਟਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਹਕੀਕਤ ਸ਼ਨਾਸਤ ਜਹਰ ਜਹੂਰਾ। ਹਕੀਕਤ ਨੂੰ, ਸੱਚਾਈ ਨੂੰ ਪਛਾਣਨ ਵਾਲਾ ਹੈ। ਇੱਥੇ ਦੁਨੀਆ ਵਿੱਚ ਕੀ ਹੁੰਦਾ, ਕਈ ਵਾਰੀ ਝੂਠ ਸੱਚ ਦਾ ਚੋਲਾ ਪਾ ਲੈਂਦਾ ਹੈ ਤੇ ਦੁਨੀਆ ਝੂਠ ਨੂੰ ਮੱਥੇ ਟੇਕਦੀ ਰਹਿੰਦੀ ਹੈ, ਸੱਚ ਕਿਨਾਰੇ ਰਹਿ ਜਾਂਦਾ। ਪਰ ਰੱਬ ਦੁਨੀਆ ਵਰਗਾ ਭੁਲੱਕੜ ਨਹੀਂ ਹੈ। ਰੱਬ ਨੂੰ ਪਤਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਲੱਖਾਂ ਚੋਲੇ ਪਾ ਲਵੇ ਝੂਠ, ਰੱਬ ਤੋਂ ਪਰਦੇ ਨਹੀਂ ਕਰ ਸਕਦਾ। ਰੱਬ ਨੂੰ ਸਭ ਪਤਾ ਹੈ, ਹਕੀਕਤ ਨੂੰ ਜਾਣਦਾ, ਸੱਚਾਈ ਨੂੰ ਸਮਝਦਾ ਹੈ। ਵਾਹਿਗੁਰੂ ਜ਼ਾਹਰ ਜ਼ਹੂਰ, ਸਾਹਮਣੇ ਹਾਜ਼ਰਾਂ ਹਜ਼ੂਰ ਬੈਠਾ ਹੈ, ਵੇਖ ਰਿਹਾ ਹੈ। ਸ਼ਨਾਸਤ ਹਿੰਦੈ ਇਲਮ ਆਲਮ ਖੁਦਾਏ। ਉਹ ਪਰਮਾਤਮਾ ਦੁਨੀਆ ਦੇ ਸਾਰੇ ਇਲਮਾਂ ਨੂੰ ਜਾਣਨ ਵਾਲਾ। ਇਲਮ ਮੈਨੇ ਵਿਦਿਆ, ਜਿੰਨੀ ਦੁਨੀਆ ਦੀ ਵਿਦਿਆ ਹੈ, ਜਿੰਨਾ ਗਿਆਨ ਹੈ। ਇੱਕ ਬੰਦੇ ਨੂੰ 4 ਭਾਸ਼ਾ ਆਉਂਦੀਆਂ ਹੋਣਗੀਆਂ, ਪੰਜਾਬੀ ਜਾਣਦਾ, ਅੰਗਰੇਜ਼ੀ ਜਾਣਦਾ, ਹਿੰਦੀ ਜਾਣਦਾ, ਉਰਦੂ ਜਾਣਦਾ, ਫਾਰਸੀ ਜਾਣਦਾ, ਅਰਬੀ ਜਾਣਦਾ, ਪਰ ਦੁਨੀਆ ਦੀਆਂ ਸਾਰੀਆਂ ਬੋਲੀਆਂ ਇੱਕ ਬੰਦਾ ਨਹੀਂ ਜਾਣ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੰਨ ਲਓ ਜੇ ਬੋਲੀਆਂ ਥੋੜ੍ਹੀਆਂ ਸਿੱਖ ਵੀ ਜਾਵੇ ਦੁਨੀਆ ਦੀਆਂ, ਉਹਨਾਂ ਬੋਲੀਆਂ 'ਚ ਕਿੰਨੀਆਂ ਕਿਤਾਬਾਂ ਲਿਖੀਆਂ ਨੇ, ਉਹ ਸਾਰੀਆਂ ਨਹੀਂ ਪੜ੍ਹ ਸਕਦਾ। ਕਿਸੇ ਵਿਦਵਾਨ ਨੇ ਦੱਸਿਆ ਸੀ ਕਿ 4 ਲੱਖ ਵਧੀਆ ਕਿਤਾਬ ਛਪਦੀ ਹੈ ਹਰ ਸਾਲ ਦੁਨੀਆ ਵਿੱਚ। ਵਧੀਆ ਕਿਤਾਬ, ਘਟੀਆ ਦਾ ਤਾਂ ਕੋਈ ਅੰਤ ਨਹੀਂ। ਵਧੀਆ ਕਿਤਾਬ ਜਿਹੜੀ ਚੰਗੀ, ਜਿਹਨੂੰ ਆਪਾਂ ਵਿਸ਼ਵ ਪੱਧਰ 'ਤੇ ਕਹਿ ਸਕਦੇ ਹਾਂ ਵੀ ਪੂਰੇ ਵਰਲਡ ਦੇ ਪੱਧਰ 'ਤੇ ਕੋਈ ਮੰਨਣਯੋਗ ਕਿਤਾਬ ਹੁੰਦੀ ਹੈ, ਹਰ ਸਾਲ 4-4 ਲੱਖ
ਕਿਤਾਬਾਂ ਚੰਗੀਆਂ ਛਪਦੀਆਂ, ਕਿੰਨੀਆਂ ਕੁ ਪੜ੍ਹ ਲਓਗੇ। ਵਿਦਿਆ ਘਟੇ ਨਾ ਆਤ ਬਲ ਪਾਏ, ਪਰ ਪਰਮੇਸ਼ਰ ਸਾਰੀਆਂ ਪੜ੍ਹਿਆ ਹੋਇਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਕੋਲੋਂ ਕੋਈ ਕਿਤਾਬ ਨਹੀਂ ਛੁਪੀ ਹੋਈ ਵੀ ਉਹ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹ ਸਭ ਜਾਣਦਾ। ਸਨਾ ਸਿੰਧੇ ਇਲਮ ਆਲਮ ਖੁਦਾਏ। ਆਲਮ ਕਹਿੰਦੇ ਦੁਨੀਆ ਦੇ ਜਿੰਨੇ ਇਲਮ ਹਨ। ਆਲਮ ਕਹਿੰਦੇ ਦੁਨੀਆ ਨੂੰ, ਆਲਮ ਕਹਿੰਦੇ ਵਿਦਵਾਨ ਨੂੰ। ਆਲਮ ਦੇ ਦੋ ਅਰਥ ਹਨ। ਆਲਮ ਦਾ ਇੱਕ ਅਰਥ ਹੈ ਦੁਨੀਆ, ਆਲਮ ਦਾ ਦੂਜਾ ਅਰਥ ਹੈ ਵਿਦਿਆ, ਵਿਦਵਾਨ। ਉਹ ਪਰਮਾਤਮਾ ਦੁਨੀਆ ਦੀਆਂ ਸਾਰੀਆਂ ਵਿਦਿਆ ਦਾ ਵਿਦਵਾਨ ਹੈ। ਉਹਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਨੇ, ਸਾਰੀਆਂ ਬੋਲੀਆਂ ਆਉਂਦੀਆਂ ਨੇ। ਔਰੰਗਜ਼ੇਬ, ਤੂੰ 4 ਅੱਖਰ ਪੜ੍ਹ ਕੇ ਬੜਾ ਸਿਆਣਾ ਬਣਿਆ ਫਿਰਦਾ ਹੈ। ਅਕਾਲ ਪੁਰਖ ਦੇ ਸਾਹਮਣੇ ਤੇਰੀ ਸਿਆਣਪ ਕੁਝ ਵੀ ਨਹੀਂ ਹੈ। ਆਖੋ ਸਤਿਨਾਮ ਸ੍ਰੀ। ਉਹ ਬਹੁਤ ਵੱਡਾ ਵਿਦਵਾਨ ਹੈ। ਅਸੀਂ ਜਿੰਨੇ ਵਿਦਵਾਨ ਸੰਸਾਰ ਦੇ ਵਿੱਚ ਥੋੜ੍ਹਾ ਜਿਹਾ ਬੋਲਣ ਲੱਗ ਜਾਈਏ, ਥੋੜ੍ਹਾ ਜਿਹਾ ਪੜ੍ਹਨ ਲੱਗ ਜਾਈਏ, 10-20 ਕਿਤਾਬਾਂ ਜਿਹਨੂੰ ਆ ਜਾਣ ਪੜ੍ਹਨੀਆਂ, ਉਹ ਕਹਿੰਦਾ ਬਸ ਦੁਨੀਆ ਦੀ ਜਿਹੜੀ ਵਿਦਿਆ ਹੈ ਉਹ ਮੇਰੇ ਕੋਲ ਹੀ ਹੈ। ਮੇਰੇ ਤੋਂ ਵੱਡਾ ਅਜੇ ਤੱਕ ਕੋਈ ਵਿਦਵਾਨ ਨਹੀਂ ਪੈਦਾ ਹੋਇਆ, ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ, ਮੇਰੇ ਤੋਂ ਵੱਡਾ ਕੋਈ ਸਮਝਦਾਰ ਨਹੀਂ। ਜਿਵੇਂ ਇੱਕ ਬੰਦੇ ਨੂੰ ਸੁੰਡ ਦੀ ਗੰਢੀ ਲੱਭ ਗਈ ਤੇ ਉਹ ਪਸਾਰੀ ਬਣ ਬੈਠਾ ਸੀ ਵੀ ਮੈਂ ਤਾਂ ਪਸਾਰੀ ਬਣ ਗਿਆ, ਮੈਨੂੰ ਤਾਂ ਬਹੁਤ ਵੱਡਾ। ਪਰ ਹੁਣ ਕੱਲੀ ਸੁੰਡ ਦੀ ਗੰਢੀ ਤਾਂ ਨਹੀਂ ਇਲਾਜ ਕਰ ਸਕਦੀ, ਹਜ਼ਾਰਾਂ ਦਵਾਈਆਂ ਹੋਰ ਵੀ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਥੋੜ੍ਹਾ ਜਿਹਾ ਸੀਮਤ ਜਿਹਾ ਗਿਆਨ ਹਮੇਸ਼ਾ ਝਗੜੇ ਖੜੇ ਕਰਦਾ ਹੈ। ਮੈਂ ਮਹਿਸੂਸ ਕੀਤਾ, ਵਿਦਵਾਨਾਂ ਨੇ ਵੀ ਇਹ ਮਹਿਸੂਸ ਕੀਤਾ ਹੈ, ਤੁਸੀਂ ਵੀ ਸਮਝੋਗੇ ਇਸ ਗੱਲ ਨੂੰ। ਜਿਹੜਾ ਬਿਲਕੁਲ ਨਹੀਂ ਪੜ੍ਹਿਆ ਉਹ ਚੁੱਪ ਕਰਕੇ ਬੈਠਾ, ਉਹ ਵਿਚਾਰਾ ਬੋਲਦਾ ਹੀ ਨਹੀਂ। ਜਿਹੜਾ ਬਹੁਤ ਪੜ੍ਹ ਚੁੱਕਾ, ਬਹੁਤ ਪੜ੍ਹ ਚੁੱਕਾ, ਉਹਨੂੰ ਇਸ ਅਖੀਰ 'ਤੇ ਸਮਝ ਆ ਜਾਂਦੀ ਹੈ ਵੀ ਮੈਂ ਅਜੇ ਕੁਝ ਪੜ੍ਹਿਆ ਨਹੀਂ। ਮਸਕੀਨ ਜੀ ਨੇ ਕਈ ਵਾਰੀ ਜ਼ਿਕਰ ਕੀਤਾ ਕਥਾ ਵਿੱਚ, ਤੁਸੀਂ ਸੁਣਿਆ ਹੋਣਾ ਇਹ ਬਚਨ। ਉਹ ਕਹਿੰਦੇ ਬਹੁਤੇ ਵੱਡੇ ਅਮੀਰ ਹੋਣ ਦਾ, ਪੈਸੇ ਵਾਲੇ ਹੋਣ ਦਾ ਇੱਕੋ ਹੀ ਲਾਭ ਹੈ ਕਿ ਬੰਦੇ ਨੂੰ ਆਪਣੇ ਅੰਦਰ ਦੀ ਭੁੱਖ ਦਾ ਪਤਾ ਲੱਗੇ ਵੀ ਮੈਂ ਅਰਬਾਂਪਤੀ ਬਣ ਗਿਆ, ਅਜੇ ਹੋਰ ਚਾਹੁੰਦਾ ਹਾਂ ਮੈਂ, ਇਹਦਾ ਮਤਲਬ ਮੈਂ ਬਹੁਤ ਗਰੀਬ ਹਾਂ। ਜੇ ਇਹ ਸਮਝ ਆ ਜਾਏ ਤਾਂ ਪੈਸੇ ਹੋਣ ਦਾ ਫਾਇਦਾ, ਜੇ ਇੰਨਾ ਗਿਆਨ ਹੋ ਜਾਏ ਤਾਂ ਅਮੀਰ ਹੋਣ ਦਾ ਫਾਇਦਾ। ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮੁਲਤਾਨ ਦਾ ਕਿਲ੍ਹਾ ਫਤਿਹ ਕਰਕੇ ਆਏ, ਬੜੇ ਖਜ਼ਾਨੇ ਉੱਥੋਂ ਹੀਰੇ ਮੋਤੀਆਂ ਦੇ ਲਿਆਏ। ਜਦੋਂ ਕੋਈ ਕਬਜ਼ਾ ਕਰਦੇ ਕਿਸੇ 'ਤੇ, ਉੱਥੋਂ ਫਿਰ ਖਜ਼ਾਨੇ ਤਾਂ ਲੱਭਦੇ ਹੀ ਹੈ। ਰਿਆਸਤ ਵੱਡੀ ਸੀ ਮੁਲਤਾਨ ਦੀ। ਮਨ 'ਚ ਥੋੜ੍ਹਾ ਜਿਹਾ ਮਾਣ ਜਿਹਾ ਆਇਆ, ਮੈਂ ਮੁਲਤਾਨ ਫਤਿਹ ਕਰ ਲਿਆ। ਪਰ ਗੁਰਬਾਣੀ ਪੜ੍ਹਨ ਵਾਲੇ ਸਾਂ। ਉਸੇ ਵੇਲੇ ਅੰਦਰੋਂ ਤਾਰ ਖੜਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾ ਕੇ ਆਪਣੇ ਮੂੰਹ 'ਤੇ ਚਪੇੜਾ ਮਾਰਨ ਲੱਗ, ਆਪ ਹੀ ਰੋਣ ਲੱਗ ਪਏ। ਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮੇਰੇ ਮੂੰਹ 'ਤੇ ਚਪੇੜਾ ਮਾਰੋ, ਮੈਂ ਕਿੰਨਾ ਮੂਰਖ ਹਾਂ। ਜਿੱਤ ਤੁਹਾਡੀ ਹੈ, ਵਡਿਆਈ ਤੁਹਾਡੀ ਹੈ, ਤੇ ਮੈਂ ਆਪਣੀ ਸਮਝੀ ਬੈਠਾ। ਮੈਂ ਤਾਂ ਕੀੜਾ। ਵੱਡੇ ਬਾਦਸ਼ਾਹ ਹੋਣ ਦਾ, ਵੱਡੇ ਅਮੀਰ ਹੋਣ ਦਾ, ਸ਼ਾਹੂਕਾਰ ਹੋਣ ਦਾ ਇਹ ਫਾਇਦਾ ਹੈ ਕਿ ਬੰਦੇ ਨੂੰ ਆਪਣੇ ਅੰਦਰ ਦੀ ਗਰੀਬੀ ਦਾ, ਭੁੱਖ ਦਾ ਪਤਾ ਲੱਗੇ ਕਿ ਮੈਂ ਕੁਝ ਵੀ ਨਹੀਂ ਅਜੇ, ਮੈਂ ਤਾਂ ਭੁੱਖਾ ਹੀ ਹਾਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਹਾੜ। ਜੇ ਪੁਰੀਆਂ ਦੇ ਪਹਾੜ ਵੀ ਬੰਨ੍ਹ ਲਵਾਂਗਾ ਤਾਂ ਮੇਰੀ ਅੰਦਰ ਦੀ ਭੁੱਖ ਤਾਂ ਨਹੀਂ ਨਾ ਖਤਮ ਹੋਣੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਬਹੁਤੇ ਵਿਦਵਾਨ ਹੋਣ ਦਾ ਅਖੀਰ। ਇਹ ਹੈ ਬਹੁਤੀ ਵਿੱਦਿਆ ਪੜ੍ਹਨ ਦਾ ਇਹ ਲਾਭ ਹੈ ਕਿ ਪਤਾ ਲੱਗੇ ਕਿ ਅਜੇ ਮੈਂ ਕੁਝ ਵੀ ਨਹੀਂ ਪੜ੍ਹਿਆ, ਬੜਾ ਕੁਝ ਪਿਆ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਫੀਲਡ ਵਿੱਚ ਵੜਦੇ ਹੋ ਨਾ, ਉਹਦੇ ਨੌਲੇਜ ਵੱਧਦੀ ਹੈ। ਕਿਤਾਬਾਂ ਦੇ, ਗ੍ਰੰਥਾਂ ਦੇ, ਵਿੱਦਿਆ ਦੇ ਜਦੋਂ ਵਿੱਚ ਪ੍ਰਵੇਸ਼ ਕਰੀਦਾ, ਫਿਰ ਪਤਾ ਲੱਗਦਾ ਅਜੇ ਬੜਾ ਕੁਝ ਪਿਆ, ਅਜੇ ਤਾਂ ਇੱਕ ਕਦਮ ਵੀ ਨਹੀਂ ਅਸੀਂ ਤੁਰੇ। ਪਰ ਹਮੇਸ਼ਾ ਲੜਾਈ ਕੌਣ ਕਰਦੇ ਨੇ? ਅੱਧ ਪੜ੍ਹ। ਦੁਨੀਆ ਦੇ ਜਿੰਨੇ ਝਗੜੇ ਨੇ ਉਹ ਅਨਪੜ੍ਹਾਂ ਨੇ ਨਹੀਂ ਸ਼ੁਰੂ ਕੀਤੇ।
ਤੇ ਪੜ੍ਹੇ ਲਿਖਿਆਂ ਨੇ ਤਾਂ ਕਰਨੇ ਹੀ ਕੀ ਨੇ, ਉਹ ਤਾਂ ਪੜ੍ਹੇ ਲਿਖੇ ਨੇ। ਝਗੜੇ ਸਾਰੇ ਅੱਧ ਪੜ੍ਹ ਕਰਦੇ ਨੇ, ਅੱਧਾ ਪੜ੍ਹਨਾ, ਲਿਟਲ ਨੌਲੇਜ, ਥੋੜ੍ਹਾ ਜਿਹਾ ਗਿਆਨ ਹੋ ਜਾਣਾ ਤੇ ਜ਼ਿਆਦਾ ਸਮਝ ਲੈਣਾ। ਉੱਥੇ ਹੁੰਦੀ ਹੈ ਲੜਾਈ, ਉੱਥੇ ਹੁੰਦਾ ਝਗੜਾ। ਉਹ ਕਹਿੰਦਾ ਜੋ ਮੈਂ ਸੁਣਿਆ, ਜੋ ਮੈਂ ਪੜ੍ਹਿਆ, ਜੋ ਮੈਂ ਸਮਝਿਆ, ਉਸ ਤੋਂ ਅੱਗੇ ਗਿਆਨ ਨਹੀਂ, ਇਹ ਸਭ ਦੁਨੀਆ ਗਲਤ ਹੈ, ਮੈਂ ਠੀਕ ਹਾਂ। ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਇਹ ਤੇਰਾ ਭੁਲੇਖਾ ਹੈ। ਉਹ ਅਕਾਲ ਪੁਰਖ ਇਲਮ ਦਾ ਖਜ਼ਾਨਾ ਹੈ, ਉਹ ਸਾਰੀ ਵਿੱਦਿਆ ਜਾਣਦਾ, ਤੂੰ ਅਜੇ ਕੁਛ ਵੀ ਨਹੀਂ ਜਾਣਦਾ। ਔਰੰਗਜ਼ੇਬ ਦਾ ਗਿਆਨ ਇਹ ਕਹਿੰਦਾ ਸੀ ਸਾਰੀ ਦੁਨੀਆ ਮੁਸਲਮਾਨ ਬਣ ਜਾਏ, ਜੰਨਤ ਨੂੰ ਚਲੀ ਜਾਏਗੀ। ਇਹੀ ਗਿਆਨ ਸੀ, ਹੋਰ ਕੀ ਸੀ। ਮਹਾਰਾਜ ਕਹਿੰਦੇ ਤੇਰੇ ਘਰ ਦੇ ਵਿੱਚ ਕਲਾ ਕਲੇਸ਼, ਭਰਾ ਤੇ ਤੂੰ ਮਾਰਤੇ, ਪਿਓ ਤੂੰ ਮਾਰਤਾ, ਉਹ ਸਾਰੇ ਜੰਨਤ ਚਲੇ ਗਏ। ਇਹ ਗੱਲ ਨਹੀਂ ਹੈ। ਹਾਂਜੀ, ਕੁਸ਼ਾਇੰਦ ਹੈ ਕਾਰ ਆਲਮ ਕੁਸ਼ਾਏ। ਉਹ ਪਰਮਾਤਮਾ ਦੁਨੀਆ ਦੇ ਹਰ ਕੰਮ ਨੂੰ ਸੌਖਾ ਕਰਨ ਵਾਲਾ ਹੈ। ਕੁਸ਼ਾਇੰਦ ਹੈ, ਕੋਈ ਕੰਮ ਔਖਾ ਹੋਵੇ, ਨਾ ਹੁੰਦਾ ਹੋਵੇ, ਆਪਾਂ ਉਹਨੂੰ ਸੌਖਾ ਕਰਨ ਲਈ ਹੀਲਾ ਕਰਦੇ ਹਾਂ। ਮਹਾਰਾਜ ਕਹਿੰਦੇ ਸਾਰੇ ਕੰਮ ਸੌਖੇ ਹੋ ਜਾਣੇ, ਉਹਦੇ ਅੱਗੇ ਅਰਦਾਸ ਕਰ ਦਿਓ, ਉਹਦੀ ਦਇਆ ਹੋ ਜਾਵੇ, ਉਹਦੀ ਨਿਗਾਹ ਹੋ ਜਾਵੇ। ਸਾਧ ਸੰਗਤ ਜੀ, ਸਿਆਣੇ ਸਮਝਦਾਰ ਬੰਦੇ, ਭਾਵੇਂ ਉਹ ਡਾਕਟਰ ਹਨ, ਭਾਵੇਂ ਉਹ ਇੰਜੀਨੀਅਰ ਹਨ, ਭਾਵੇਂ ਵਕੀਲ ਹਨ, ਉਹ ਇਹ ਰਾਏ ਦੇਣਗੇ ਵੀ ਸਾਡਾ ਕੰਮ ਕਰਨਾ, ਸਫਲਤਾ ਪਰਮੇਸ਼ਰ ਨੇ ਦੇਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਕੰਮ ਕਰ ਰਹੇ ਹਾਂ, ਜੇ ਵਾਹਿਗੁਰੂ ਨੂੰ ਭਾਇਆ ਤਾਂ ਸਫਲ ਹੋਵੇਗਾ। ਕੋਈ ਵੀ ਕੰਮ ਹੈ, ਉਹਨੂੰ ਸੌਖਿਆਂ ਸਫਲ ਕਰਨ ਵਾਲਾ ਪਰਮੇਸ਼ਰ ਹੈ। ਕੁਸ਼ਾਏ ਇੰਦੈ ਕਾਰ ਆਲਮ ਕੁਸ਼ਾਏ। ਦੁਨੀਆ ਦੇ ਸਾਰੇ ਕੰਮ ਸੌਖੇ ਕਰਨ ਵਾਲਾ ਇੱਕੋ ਪਰਮੇਸ਼ਰ ਹੈ। ਗੁਜਾਰਿੰਦ ਹੈ ਕਾਰ ਆਲਮ ਕਬੀਰ। ਉਹ ਪਰਮਾਤਮਾ ਇਸ ਕੁੱਲ ਆਲਮ ਦੀ, ਦੁਨੀਆ ਦੀ ਕਿਰਿਆ ਨੂੰ ਚਲਾਉਣ ਵਾਲਾ ਹੈ। ਕੰਮ ਕੌਣ ਚਲਾ ਰਿਹਾ? ਸਾਡੇ ਘਰਾਂ 'ਚ ਰੋਟੀ ਪੱਕਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ। ਸਾਡੇ ਸਰੀਰ ਦਾ ਸਿਸਟਮ ਚੱਲਦਾ ਵਾਹਿਗੁਰੂ ਦੀ ਕਿਰਪਾ ਨਾਲ। ਅੱਖਾਂ ਦੇਖਦੀਆਂ ਨੇ ਵਾਹਿਗੁਰੂ ਦੀ ਜੋਤ ਨਾਲ, ਕੰਨ ਸੁਣਦੇ ਨੇ ਵਾਹਿਗੁਰੂ ਦੀ ਜੋਤ ਨਾਲ, ਹੱਥ ਪਕੜਦੇ ਨੇ ਵਾਹਿਗੁਰੂ ਦੀ ਜੋਤ ਨਾਲ, ਪੈਰ ਤੁਰਦੇ ਨੇ ਵਾਹਿਗੁਰੂ ਦੀ ਜੋਤ ਨਾਲ। ਜਿੰਨੇ ਵਪਾਰ ਵਿਹਾਰ, ਆਉਣ ਜਾਣ, ਲੈਣ ਦੇਣ ਦੇ ਜਿੰਨੇ ਵਿਹਾਰ ਚੱਲਦੇ ਨੇ, ਸਭ ਉਹਦੀ ਕਿਰਪਾ ਨਾਲ ਚੱਲਦੇ। ਸਾਰੇ ਕੰਮ ਚਲਾਉਣ ਵਾਲਾ ਹੈ ਔਰੰਗਜ਼ੇਬ, ਮੇਰਾ ਵਾਹਿਗੁਰੂ ਹੈ, ਮੇਰਾ ਪਰਮੇਸ਼ਰ ਹੈ, ਉਹ ਮੇਰਾ ਖੁਦਾਬੰਦ ਹੈ। ਸ਼ਨਾਸੰਦ ਹੈ ਇਲਮ ਆਲਮ ਅਮੀਰ। ਉਹ ਪਰਮਾਤਮਾ ਸਾਰੇ ਇਲਮਾਂ ਨੂੰ ਪਛਾਣਨ ਵਾਲਾ, ਜਾਣਨ ਵਾਲਾ, ਸਭ ਤੋਂ ਵੱਡਾ। ਕਬੀਰ ਦਾ ਮਤਲਬ ਹੁੰਦਾ ਵੱਡਾ। ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਤਗਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ, ਹੱਕਾ ਕਬੀਰ ਕਰੀਮ ਤੂੰ। ਕਬੀਰ ਦਾ ਅਰਥ ਹੈ ਵੱਡਾ, ਸਭ ਤੋਂ ਵੱਡਾ ਉਹ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਇਹ ਹਨ 12 ਬੈਂਤ, 12 ਸ਼ੇਰ ਜਿਹੜੇ ਕਲਗੀਆਂ ਵਾਲੇ ਪਿਤਾ ਜੀ ਨੇ ਜ਼ਫਰਨਾਮੇ ਦੀ ਭੂਮਿਕਾ 'ਚ ਲਿਖੇ ਹਨ। ਇੱਥੋਂ ਤੱਕ ਉਹਨਾਂ ਨੇ ਪਰਮਾਤਮਾ ਦੇ ਗੁਣ ਦੱਸੇ ਹਨ। ਹੁਣ ਮਹਾਰਾਜ ਦਾਸਤਾਨ ਬਿਆਨ ਕਰਦੇ, ਸੁਣੋ ਜੀ। ਦਾਸਤਾਨ ਹਿਕਾਇਤ ਪਹਿਲੀ। ਮਹਾਰਾਜ ਦਾਸਤਾਨ ਲਿਖਦੇ। ਦਾਸਤਾਨ ਦਾ ਮਤਲਬ ਹੁੰਦਾ ਕਹਾਣੀ, ਸੱਚੀ ਕਹਾਣੀ ਜਿਹੜੀ ਵਾਪਰੀ ਹੋਵੇ, ਉਹਨੂੰ ਕਹਿੰਦੇ ਦਾਸਤਾਨ। ਆਪਣੀ ਦਾਸਤਾਨ ਸੁਣਾਉਣ ਲੱਗੇ ਔਰੰਗਜ਼ੇਬ ਨੂੰ, ਜੋ ਉਸਨੇ ਕੀਤਾ ਸੀ ਉਹਦਾ ਮਹਾਰਾਜ ਖੁਲਾਸਾ ਕਰਨ ਲੱਗੇ ਹੈ। ਸੁਣੋ। ਹਾਂਜੀ। ਮਰਾ ਇਤਬਾਰੇ ਬਰੀ ਕਸਮ ਨੇ ਸਤ। ਮਹਾਰਾਜ ਕਹਿੰਦੇ ਮਰਾ ਇਤਬਾਰੇ ਬਰੀ ਕਸਮ ਨੇ। ਔਰੰਗਜ਼ੇਬ, ਮੈਨੂੰ ਤੇਰੀਆਂ ਕਸਮਾਂ ਤੇ ਰੱਤੀ ਜਿੰਨਾ ਵੀ ਇਤਬਾਰ ਨਹੀਂ, ਮੈਨੂੰ ਰਾਈ ਜਿੰਨਾ ਵੀ ਇਤਬਾਰ ਨਹੀਂ, ਮੈਨੂੰ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਤੇਰੇ ਤੇ ਇਤਬਾਰ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਮੈਨੂੰ ਕੋਈ ਇਤਬਾਰ ਨਹੀਂ। ਜੇ ਤੂੰ ਕਿਤੇ ਸਮਝਦਾ ਹੋਵੇਂ ਵੀ ਗੁਰੂ ਗੋਬਿੰਦ ਸਿੰਘ ਭੁਲੇਖੇ 'ਚ ਪੈ ਗਿਆ, ਭੁਲੇਖੇ 'ਚ ਨਹੀਂ ਅਸੀਂ ਪਏ। ਸਾਨੂੰ ਪਤਾ ਹੈ ਕਿ ਤੇਰੇ ਵਰਗੇ ਚਲਾਕ ਬੰਦੇ ਪਹਿਲਾਂ ਲੋਕਾਂ ਨਾਲ ਚਲਾਕੀ ਕਰਦੇ ਆ, ਪਿੱਛੋਂ ਮਜ਼ਾਕ ਉਡਾਉਂਦੇ ਆ। ਦੇਖਿਆ ਅਸੀਂ ਤਾਂ ਜੀ ਐਵੇਂ ਉਹਨੂੰ ਬੁੱਧੂ ਬਣਾਤਾ ਫਲਾਣੇ ਬੰਦੇ ਨੂੰ। ਮਹਾਰਾਜ ਕਹਿੰਦੇ ਨਹੀਂ, ਗੁਰੂ ਸਾਹਿਬ ਜਦੋਂ ਕਿਲ੍ਹਾ ਛੱਡਿਆ ਨਾ, ਉਸ ਤੋਂ ਪਹਿਲਾਂ ਖਾਲਸੇ ਨੂੰ ਕਹਿ ਦਿੱਤਾ ਸੀ ਕਿ ਖਾਲਸਾ ਜੀ, ਇਹਨਾਂ ਦੀਆਂ ਕਸਮਾਂ ਤੇ ਸਾਨੂੰ ਕੋਈ ਇਤਬਾਰ ਨਹੀਂ। ਤੁਸੀਂ ਬਾਰ-ਬਾਰ ਕਹਿ ਰਹੇ ਹੋ, ਮਾਤਾ ਜੀ ਕਹਿ ਰਹੇ ਨੇ ਅਸੀਂ ਕਿਲ੍ਹਾ ਛੱਡਣ ਲੱਗੇ ਹਾਂ, ਜ਼ਿੰਮੇਵਾਰੀ ਤੁਹਾਡੀ ਹੋਏਗੀ, ਸਾਡੀ ਨਹੀਂ ਹੋਏਗੀ। ਗੁਰੂ ਸਰਬੱਗ ਹੈ, ਉਹਨੂੰ ਕੌਣ ਭੁਲੇਖਾ ਪਾ ਸਕਦਾ? ਜੇ ਗੁਰੂ ਨੂੰ ਭੁਲੇਖਾ ਪੈ ਗਿਆ ਤੇ ਫਿਰ ਗੁਰੂ ਵਿੱਚ ਤੇ ਸਾਡੇ 'ਚ ਫਰਕ ਕੀ ਹੋਇਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮੈਨੂੰ ਕੋਈ ਇਤਬਾਰ ਨਹੀਂ, ਮਰਾ ਇਤਬਾਰੇ ਬਰਈ ਕਸਮ, ਕਸਮ ਤੇਰੀਆਂ ਸੌਹਾਂ ਤੇ। ਕਸਮਾਂ ਖਾਧੀਆਂ ਸੀ ਔਰੰਗਜ਼ੇਬ ਨੇ। ਕੁਰਾਨ ਦੀ ਪਹਿਲੀ ਜਿਲਦ ਜਿਹੜੀ ਹੁੰਦੀ ਹੈ ਨਾ, ਕੁਰਾਨ ਪੋਥੀ ਕੋਈ ਵੀ ਹੋਵੇ, ਉਹਦੇ ਉੱਤੇ 2-4 ਪੰਨੇ ਛੱਡੇ ਹੁੰਦੇ ਆ ਜਿਲਦ ਦੇ ਨਾਲ, ਹਾਸ਼ੀਏ ਦੇ ਨਾਲ। ਉਸ ਹਾਸ਼ੀਏ ਦੇ ਉੱਤੇ, ਉਸ ਜਿਲਦ ਦੇ ਪਹਿਲੇ ਪੰਨੇ ਤੇ ਔਰੰਗਜ਼ੇਬ ਨੇ ਚਿੱਠੀ ਲਿਖੀ ਸੀ ਕੁਰਾਨ ਦੇ ਉੱਤੇ। ਉਸ ਵੇਲੇ ਰਿਵਾਜ ਸੀ, ਬਹੁਤ ਪੇਚੀਦਾ ਮਸਲਾ ਹੋਵੇ, ਕੋਈ ਖਾਸ ਮਸਲਾ ਹੋਵੇ, ਉਦੋਂ ਫਿਰ ਜਿਹੜੀ ਚਿੱਠੀ ਸੰਧੀ ਦੀ ਜਾਂ ਕੋਈ ਸੁਲ੍ਹਾ ਦੀ ਜਾਂ ਕੋਈ ਆਪਸ ਵਿੱਚ ਤਾਲਮੇਲ ਦੀ ਗੱਲ ਹੁੰਦੀ ਸੀ, ਉਹ ਉਸ ਕੁਰਾਨ ਦੇ ਉੱਤੇ ਲਿਖੀ ਜਾਂਦੀ ਸੀ ਵੀ ਅਸੀਂ ਕੁਰਾਨ ਦੇ ਉੱਤੇ ਲਿਖ ਰਹੇ ਹਾਂ, ਇੱਥੋਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸਾਨੂੰ ਕੁਰਾਨ ਦੀ ਕਸਮ ਹੈ, ਕਸਮੇ ਕੁਰਾਨ, ਕੁਰਾਨ ਦੀ ਕਸਮ ਹੈ ਕਿ ਅੱਜ ਜੋ ਅਸੀਂ ਕਹਿ ਰਹੇ ਹਾਂ ਮਰ ਜਾਵਾਂਗੇ ਪਰ ਉਸ ਤੋਂ ਪਿੱਛੇ ਨਹੀਂ ਹਟਾਂਗੇ। ਔਰੰਗਜ਼ੇਬ ਦੀ ਉਹ ਕੁਰਾਨ ਸਤਿਗੁਰਾਂ ਨੇ ਕਮਰ ਕਸੇ 'ਚ ਰੱਖੀ ਆ, ਅਜੇ ਵੀ ਹੈ, ਅੱਗੇ ਚੱਲ ਕੇ ਲਿਖਣਗੇ। ਮੇਰੇ ਕੋਲ ਪਈ ਹੈ, ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਸਾਂਭ ਕੇ ਰੱਖੀ ਹੈ ਤੇਰੀ ਲਿਖਤ। ਸਭ ਕੁਝ ਖਤਮ ਹੋ ਗਿਆ ਪਰ ਬਾਦਸ਼ਾਹ ਦੀ ਚਿੱਠੀ ਉਹ ਕੁਰਾਨ ਤੇ ਲਿਖੀ ਹੋਈ ਸਾਂਭੀ ਹੋਈ ਸੀ। ਕਿਉਂ? ਕੱਲ ਨੂੰ ਦਿਖਾਣਾ ਪਏਗਾ ਸਬੂਤ, ਵੀ ਕੁਝ ਐਵੇਂ ਨਾ ਕਹਿ ਦੇਵੇ ਵੀ ਬਾਦਸ਼ਾਹ ਨੇ ਕੋਈ ਨਹੀਂ ਕਸਮ ਖਾਧੀ, ਮੁੱਕਰ ਨਾ ਜਾਣ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਾ ਇਤਬਾਰੇ, ਮੈਨੂੰ ਤੇਰੀਆਂ ਕਸਮਾਂ ਤੇ ਕੋਈ ਇਤਬਾਰ ਨਹੀਂ, ਬਿਲਕੁਲ ਕੋਈ ਇਤਬਾਰ ਨਹੀਂ ਹੈ। ਕਿ ਏਜਦ ਗਵਾਸਤ ਯਜਦਾ ਯਾ ਕੇਸ਼ਤ। ਜੋ ਤੂੰ ਕਿਹਾ ਸੀ ਕੁਰਾਨ ਦੀ ਕਸਮ ਖਾ ਕੇ ਕਿ ਐ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਔਰ ਮੇਰੇ 'ਚ ਖੁਦਾ ਗਵਾਹ ਹੈ, ਅੱਲਾਹ ਤਾਲਾ ਗਵਾਹ ਹੈ, ਜਾਮਨ ਹੈ, ਮੈਂ ਤੁਹਾਡਾ ਰਸਤਾ ਨਹੀਂ ਰੋਕਾਂਗਾ, ਮੇਰੀਆਂ ਫੌਜਾਂ ਤੁਹਾਡਾ ਰਸਤਾ ਨਹੀਂ ਰੋਕਣਗੀਆਂ। ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਦਿਓ, ਜਿੱਧਰ ਤੁਹਾਡਾ ਜੀ ਕਰਦਾ ਚਲੇ ਜਾਓ, ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ। 6 ਮਹੀਨੇ ਸਾਲ ਬਾਅਦ ਤੁਸੀਂ ਵਾਪਸ ਜੇ ਅਨੰਦਪੁਰ ਆਉਣਾ ਚਾਹੋ ਤਾਂ ਵੀ ਤੁਹਾਨੂੰ ਨਹੀਂ ਰੋਕਾਂਗੇ। ਇੱਕ ਵਾਰੀ ਇਹ ਲੜਾਈ ਦਾ ਪਾਸਾ ਬਦਲ ਦਿਓ, ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ ਅਨੰਦਪੁਰ ਸਾਹਿਬ ਦਾ, ਲੜਾਈ ਟਲ ਜਾਵੇ, ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ, ਤੁਹਾਡੇ ਸਾਡੇ 'ਚ ਖੁਦਾ ਜਾਮਨ ਹੈ ਕਿ ਇੱਜ਼ਤ ਗਵਾਸਤ। ਇੱਜ਼ਤ ਕਹਿੰਦੇ ਇੱਕ ਪਰਮਾਤਮਾ ਨੂੰ, ਯਕ ਖੁਦਾ, ਇੱਕ ਪਰਮਾਤਮਾ ਗਵਾਹ ਹੈ, ਤੁਹਾਡੇ ਮੇਰੇ ਵਿੱਚ ਰੱਬ ਦੀ ਜਾਮਨੀ ਹੈ। ਜਜਦਾ ਜਕੇਸ ਜਿਹੜਾ ਇੱਕ ਪਰਮਾਤਮਾ, ਉਹ ਤੁਹਾਨੂੰ ਵੀ ਦੇਖ ਰਿਹਾ, ਮੈਨੂੰ ਵੀ ਦੇਖ ਰਿਹਾ। ਜੇ ਮੈਂ ਆਪਣੇ ਕੀਤੇ ਤੋਂ ਮੁੱਕਰਾਂ ਤੇ ਖੁਦਾ ਦੇਖਦਾ, ਜੇ ਤੁਸੀਂ ਕੋਈ ਮੇਰੇ ਨਾਲ ਧੋਖਾ ਕਰੋ ਤਾਂ ਵੀ ਖੁਦਾ ਦੇਖਦਾ। ਸਾਂਝੀ ਕਸਮ ਹੁੰਦੀ ਹੈ, ਖੁਦਾ ਦੇਖਦਾ, ਖੁਦਾ ਜਾਮਨ ਹੈ। ਇਹ ਗੱਲ ਔਰੰਗਜ਼ੇਬ ਤੂੰ ਲਿਖ ਕੇ ਭੇਜੀ ਸੀ, ਪਰ ਤੇਰੀ ਉਹ ਗੱਲ ਝੂਠੀ ਨਿਕਲੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਇਤਬਾਰਯੋਗ ਨਹੀਂ ਨਿਕਲੀ। ਉਹ ਤੂੰ ਕਿਹਾ ਸੀ ਵੀ ਖੁਦਾ ਦੇਖਦਾ, ਕੁਝ ਨਹੀਂ ਹੋਵੇਗਾ, ਤੁਹਾਡਾ ਰਾਹ ਨਹੀਂ ਰੋਕਾਂਗੇ, ਸਾਰਾ ਕੁਝ ਹੋਇਆ। ਹੁਣ ਅੱਗੇ ਮਹਾਰਾਜ ਲਿਖਣ ਲੱਗੇ ਕੀ ਕੀ ਹੋਇਆ। ਹਾਂਜੀ, ਨੈ ਕਤਰੈ ਮਰਾ ਇਤਬਾਰੇ ਬਰਵਸਤ। ਨਾ ਕਤਰਾ ਹੈ ਮਰਾ, ਮੈਨੂੰ ਕਤਰਾ ਜਿੰਨਾ, ਪੰਜਾਬੀ 'ਚ ਵੀ ਅੱਜ ਕੱਲ੍ਹ ਕਤਰਾ ਸ਼ਬਦ ਵਰਤ ਲੈਂਦੇ ਆਪਾਂ, ਪਰ ਹੈ ਇਹ ਫਾਰਸੀ 'ਚੋਂ ਆਇਆ। ਕਤਰਾ ਥੋੜ੍ਹਾ ਜਿਹਾ, ਬੂੰਦ ਜਿੰਨਾ, ਥੋੜ੍ਹਾ ਜਿਹਾ ਦਾਣੇ ਜਿੰਨਾ, ਚੁਟਕੀ ਜਿੰਨਾ, ਚੂੰਡੀ ਜਿੰਨਾ, ਉਹਨੂੰ ਕਹਿੰਦੇ ਕਤਰਾਖ, ਕਿਣਕਖ, ਥੋੜ੍ਹਾ ਜਿਹਾ। ਐ ਔਰੰਗਜ਼ੇਬ
ਤੇਰੀਆਂ ਕਸਮਾਂ ਤੇ ਮੈਨੂੰ ਕਤਰਾ ਵੀ ਇਤਬਾਰ ਨਹੀਂ। ਫਿਰ ਕਹਿੰਦੇ ਉਹੀ ਗੱਲ, ਨਾ ਕਤਰਾ ਹੈ ਮਰਾ ਐਤਬਾਰੇ, ਐਤਬਾਰ ਮੈਨੇ ਭਰੋਸਾ ਵਿਸ਼ਵਾਸ, ਮੈਂ ਨਹੀਂ ਬਲੀਵ ਕਰਦਾ ਤੇਰੀਆਂ ਕਸਮਾਂ ਉੱਤੇ। ਕਿ ਬਖਸ਼ੀ ਵੈ ਦੀਵਾ ਹਮਾ ਕਿਜਮ ਗੋਅਸਤ। ਤੇਰਾ ਸਾਰਾ ਅਮਲਾ, ਤੇਰਾ ਸਾਰਾ ਛਟਾਫ ਝੂਠ ਬੋਲਣ ਵਾਲਾ ਹੈ। ਕਿ ਬਖਸ਼ੀ ਵਾ ਦੀਵਾ, ਬਖਸ਼ੀ ਔਰ ਦੀਵਾਨ, ਅੱਜ ਕੱਲ੍ਹ ਜਿਵੇਂ ਹੁੰਦੇ ਨੇ ਅਫੀਸਰ ਹੁੰਦੇ ਨੇ, ਕਿਸੇ ਨੂੰ ਕਹਿੰਦੇ DC, ਕਿਸੇ ਨੂੰ ਕਹਿੰਦੇ IG, ਕਿਸੇ ਨੂੰ IS ਅਫਸਰ ਹੁੰਦਾ ਹੈ, ਕੋਈ IPS ਅਫਸਰ ਹੁੰਦਾ। ਉਦੋਂ ਇਹ ਹੁੰਦੇ ਸੀ ਮਲੂਕ, ਖਾਨ ਬਹਾਦਰ, ਖਾਨ ਸਾਹਿਬ, ਮਲਾਇਕ, ਸ਼ੇਖ, ਕਾਜ਼ੀ ਔਰ ਬਖਸ਼ੀ ਔਰ ਦੀਵਾਨ। ਮਹਾਰਾਜ ਕਹਿੰਦੇ ਤੇਰੇ ਦਰਬਾਰ 'ਚ ਕੀ ਵੱਡੇ ਤੇ ਕੀ ਛੋਟੇ, ਕੀ ਵੱਡੇ ਸੂਬੇਦਾਰ, ਜਰਨਲ, ਕਰਨਲ ਤੇ ਕੀ ਛੋਟੇ ਛੋਟੇ ਸਿਪਾਹੀ, ਤੇਰੇ ਬਖਸ਼ੀ ਔਰ ਦੀਵਾਨ ਸਾਰੇ ਕਿਜ਼ਬ ਗੋਸਤ। ਕਿਜ਼ਬ ਕਹਿੰਦੇ ਝੂਠ ਬੋਲਣ ਵਾਲੇ, ਸਾਰੇ ਝੂਠ ਦੇ ਪਲੰਦੇ ਘੜੀ ਜਾਂਦੇ ਆ, ਝੂਠੀਆਂ ਕਸਮਾਂ ਫਟਾਫਟ ਖਾਈ ਜਾਂਦੇ ਆ। ਨਾ ਰੱਬ ਦਾ ਡਰ, ਨਾ ਧਰਮ ਦਾ ਡਰ, ਨਾ ਪੈਗੰਬਰ ਦਾ ਡਰ, ਨਾ ਕੁਰਾਨ ਦਾ ਡਰ, ਨਾ ਇਨਸਾਨੀਅਤ ਦਾ ਡਰ, ਨਾ ਸਮਾਜ ਦਾ ਡਰ ਵੀ ਕੀ ਜਵਾਬ ਦਿਆਂਗੇ। ਕੋਈ ਸ਼ਰਮ ਹੀ ਕੋਈ ਨਹੀਂ, ਸ਼ਰਮ ਲਾਈ ਹੋਈ ਹੈ। ਦਿਨੋਂ ਦਿਨ ਜ਼ੋਰ ਲਾ ਕੇ ਝੂਠ ਬੋਲਦੇ ਕਿ ਬਖਸ਼ੀ ਵਾ ਦੀਵਾਨ ਹਮਾ ਕਿਜ਼ਬ ਗੋਸਤ। ਕਿ ਬਖਸ਼ੀ ਔਰ ਦੀਵਾਨ ਸਾਰੇ ਹੀ ਝੂਠ ਬੋਲਣ ਵਾਲੇ। ਫਿਰ ਤੇਰੀਆਂ ਕਸਮਾਂ ਤੇ ਕੀ ਇਤਬਾਰ ਕਰੀਏ? ਜਿਹੜਾ ਤੇਰਾ ਅਮਲਾ ਉਹ ਵੀ ਝੂਠਾ, ਤੂੰ ਆਪ ਝੂਠਾ। ਤੇਰੀ ਲਿਖਤ ਸਾਡੇ ਕੋਲ ਹੈ, ਉਹ ਵੀ ਤੂੰ ਮੁੱਕਰ ਗਿਆ। ਤੇਰੇ ਦਰਬਾਰ 'ਚ ਵੀ ਕੋਈ ਚੰਗਾ ਬੰਦਾ ਨਹੀਂ ਨਿਕਲਿਆ ਜਿਹੜਾ ਕਹਿ ਦੇਵੇ ਵੀ ਬਾਦਸ਼ਾਹ ਇੰਜ ਨਾ ਕਰੀਏ। ਸਾਰੇ ਹਾਂਜੀ ਹਾਂਜੀ ਤੇਰੀ ਝੂਠ ਦੇ ਵਿੱਚ ਹੀ ਮਲਾਈ ਜਾਂਦੇ ਆ। ਹਾਂਜੀ, ਕਸੇ ਕੌਲ ਕੁਰਵਾ ਕੋ ਨੰਦ ਇਤਬਾਰ। ਮਹਾਰਾਜ ਕਹਿੰਦੇ ਕਸੇ ਕੌਲ ਕੁਰਾਨ, ਜਿਹੜਾ ਕੋਈ ਬੰਦਾ ਤੁਹਾਡੀ ਕੁਰਾਨ ਦੇ ਉੱਤੇ, ਤੁਹਾਡੀ ਸਹੁੰ ਦੇ ਉੱਤੇ ਇਤਬਾਰ ਕਰੇ। ਕੁਰਾਨ ਨੂੰ ਨਹੀਂ ਮਾੜਾ ਕਹਿ ਰਹੇ, ਜੇ ਕੁਰਾਨ ਦੀ ਸਹੁੰ ਜਿਹੜੀ ਤੁਸੀਂ ਖਾਧੀ ਹੈ ਉਹਨੂੰ ਕਹਿ ਰਹੇ ਆ ਮਹਾਰਾਜ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੁਰਾਨ ਤਾਂ ਪਵਿੱਤਰ ਗ੍ਰੰਥ ਹੈ, ਪਰ ਕੁਰਾਨ ਦੀ ਪਵਿੱਤਰਤਾਈ ਨੂੰ ਨਜ਼ਰ ਅੰਦਾਜ਼ ਕਰਕੇ ਔਰੰਗਜ਼ੇਬ ਜੋ ਤੂੰ ਕੀਤਾ, ਜੋ ਤੂੰ ਕਸਮ ਖਾਧੀ ਹੈ, ਕਸੇ ਕੌਲ ਕੁਰਾਨ ਕੁਨਦ ਇਤਬਾਰ, ਜਿਹੜਾ ਤੁਹਾਡੀ ਕਸਮ ਤੇ ਭਰੋਸਾ ਕਰ ਲਵੇ ਵਿਚਾਰਾ, ਕੋਈ ਮੰਨ ਲਵੇ। ਮਹਾਰਾਜ ਕਹਿੰਦੇ ਸਾਡੇ ਨਾਲ ਤਾਂ ਜੋ ਹੋਇਆ ਸੋ ਹੋਇਆ, ਸਾਨੂੰ ਤਾਂ ਪਤਾ ਸੀ ਇਹ ਭਾਣਾ ਇੱਦਾਂ ਹੀ ਵਰਤਣਾ। ਪਰ ਜੇ ਕੋਈ ਹੋਰ ਵੀ ਬੰਦਾ, ਕੋਈ ਵੀ ਬੰਦਾ, ਹਿੰਦੂ, ਮੁਸਲਮਾਨ, ਈਸਾਈ, ਸਿੱਖ, ਜੈਨੀ, ਬੋਧੀ, ਕੋਈ ਵੀ ਆਦਮੀ ਕਿਸੇ ਮੁਲਕ ਦਾ, ਇਹ ਔਰੰਗਜ਼ੇਬ ਤੇਰੀ ਕਸਮ ਤੇ ਭਰੋਸਾ ਕਰ ਲਵੇ, ਹਮਾਰੋਜ ਆਖਿਰ ਸ਼ਬਦ ਮਰਦ ਖੁਆਰ। ਮਹਾਰਾਜ ਕਹਿੰਦੇ ਅਖੀਰ ਨੂੰ ਉਹ ਬੰਦਾ ਖੁਆਰ ਹੋਏਗਾ, ਪਰੇਸ਼ਾਨ ਹੋਏਗਾ। ਕਿਉਂ? ਤੁਸੀਂ ਕਸਮ ਤੇ ਪੂਰਾ ਉਤਰਨਾ ਹੀ ਨਹੀਂ। ਤੁਸੀਂ ਕਸਮ ਖਾ ਲੈਣੀ, ਅਗਲੇ ਨੇ ਮੰਨ ਲੈਣੀ। ਤੁਸੀਂ ਕਹਿਣਾ ਵਾਹ ਜੀ ਵਾਹ, ਅਸੀਂ ਸਹੁੰ ਖਾਂਦੇ ਹਾਂ ਧਰਮ ਦੀ, ਖੁਦਾ ਦੀ, ਰੱਬ ਦੀ, ਕੁਰਾਨ ਦੀ, ਤੇਰੇ ਨਾਲ ਪੂਰੇ ਸਹੀ ਚੱਲਾਂਗੇ। ਅਗਲੇ ਨੇ ਮੰਨ ਲੈਣਾ ਵੀ ਬਹੁਤ ਚੰਗੇ ਬੰਦੇ ਤੇ ਕੁਰਾਨ ਦੀ ਕਸਮ ਖਾ ਰਹੇ ਆ। ਮਾਤਾ ਗੁਜਰੀ ਜੀ ਨੇ ਮੰਨ ਲਈ, ਸਿੰਘਾਂ ਨੇ ਮੰਨ ਲਈ, ਕਲਗੀਧਰ ਨਹੀਂ ਮੰਨੇ। ਉਹ ਕਹਿੰਦੇ ਨਾ, ਇਹਨਾਂ ਦੀ ਕੁਰਾਨ ਦੀ ਕਸਮ ਜਿਹੜੀ ਹੈ ਜਾਂ ਖੁਦਾ ਦੀ ਇਹ ਕਸਮ ਖਾਂਦੇ ਆ, ਨਬੀ ਦੀ ਕਸਮ ਖਾਂਦੇ ਆ, ਜ਼ਬਾਨੀ ਕਲਾਮੀ ਹੈ, ਅੰਦਰੋਂ ਨਹੀਂ। ਪਰ ਉਸ ਵੇਲੇ ਹਾਲਾਤ ਐਸੇ ਸੀ ਅਨੰਦਪੁਰ ਸਾਹਿਬ ਦੇ ਵੀ ਰੋਟੀ ਨਾਂ ਦੀ ਚੀਜ਼ ਵੇਖਿਆ ਮਹੀਨੇ ਲੰਘ ਚੁੱਕੇ ਸਨ। ਭੁੱਖ ਬੜੀ ਡਾਢੀ ਤੰਗ ਕਰ ਰਹੀ ਸੀ। ਸਿੰਘ ਤੇ ਮਾਤਾ ਜੀ ਜ਼ੋਰ ਪਾਉਣ ਲੱਗੇ ਵੀ ਕਿਲਾ ਛੱਡੋ, ਤੇ ਪਾਤਸ਼ਾਹ ਨੇ ਫਿਰ ਵੀ ਟਣਕਾਰ ਕੇ ਕਿਹਾ ਸੀ ਮੈਨੂੰ ਦੋਸ਼ ਨਾ ਦਿਆ ਜੇ ਖਾਲਸਾ ਜੀ, ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਇਹ ਨਾ ਕਿਹਾ ਜੇ ਵੀ ਗੁਰੂ ਨੇ ਦੱਸਿਆ ਨਹੀਂ, ਖੁਆਰ ਹੋਵੋਗੇ। ਇਹ ਝੂਠੀਆਂ ਕਸਮਾਂ ਖਾ। ਹੁਣ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਜੋ ਹੋਇਆ ਸੋ ਹੋਇਆ, ਪਰ ਅੱਗੇ ਨੂੰ ਵੀ ਤੇਰੀ ਕਸਮ ਤੇ ਕੋਈ ਇਤਬਾਰ ਕਰ ਲਵੇ, ਅਖੀਰ ਖੁਆਰ ਹੋਏਗਾ, ਪਰੇਸ਼ਾਨ ਹੋਏਗਾ, ਉਹਦੇ ਨਾਲ ਧੋਖਾ ਹੋਏਗਾ। ਹਾਂਜੀ,
ਹੁਮਾਰਾ ਕਸਾ ਸਾਇ ਆਇਤ ਬਜੇਰ। ਔਰੰਗਜ਼ੇਬ ਤੂੰ ਹੈਰਾਨ ਹੋਏਗਾ ਵੀ ਮੈਂ ਕਸਮਾਂ ਵੀ ਖਾਧੀਆਂ, ਘੇਰੇ ਵੀ ਪਵਾਏ, ਫੌਜਾਂ ਵੀ ਭੇਜੀਆਂ, ਗੁਰੂ ਗੋਬਿੰਦ ਸਿੰਘ ਜਿਉਂਦਾ ਕਿਵੇਂ ਫਿਰਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਤਾਂ ਇਹੀ ਹੈਰਾਨੀ ਹੈ, ਜਿਹੜਾ ਜਿੰਨਾ ਕੁਝ ਤੂੰ ਕੀਤਾ ਮੈਨੂੰ ਮਰਵਾਉਣ ਵਾਸਤੇ ਕੀਤਾ। ਕਿਉਂਕਿ ਔਰੰਗਜ਼ੇਬ ਦਾ ਮਕਸਦ ਕੇਵਲ ਤੇ ਕੇਵਲ ਸੀ ਕਿ ਸ੍ਰੀ ਕਲਗੀਧਰ ਜੀ ਕਾਬੂ ਆ ਜਾਣ, ਜੜ ਪਕੜੀ ਜਾਵੇ ਤੇ ਸਾਰਾ ਫਸਾਦ ਹੀ ਮੁੱਕ ਜਾਵੇ। ਪਰ ਹੈਰਾਨ ਸੀ ਔਰੰਗਜ਼ੇਬ ਵੀ ਉਹ ਨਿਕਲ ਕਿਵੇਂ ਗਿਆ। ਸਾਹਿਬ ਕਲਗੀਧਰ ਪਾਤਸ਼ਾਹ ਤਾੜੀ ਮਾਰ ਕੇ ਨਿਕਲੇ ਆ ਚਮਕੌਰ ਦੀ ਗੜੀ ਚੋਂ, ਕਹਿ ਕੇ ਨਿਕਲਿਆ ਪੀਰੇ ਹਿੰਦ ਮੇਰਵਾਦ। ਆਪਣੀ ਬੋਲੀ 'ਚ ਵੀ ਨਹੀਂ, ਉਹਨਾਂ ਦੀ ਬੋਲੀ 'ਚ ਵੀ ਸਮਝ ਆ ਜਾਵੇ ਉਹਨਾਂ ਨੂੰ। ਫਾਰਸੀ 'ਚ ਮਹਾਰਾਜ ਨੇ ਆਖਿਆ ਪੀਰੇ ਹਿੰਦ ਮੇਰਵਾਦ, ਉੱਚੀ ਆਵਾਜ਼ ਵਿੱਚ ਤਾੜੀ ਵੀ ਮਾਰੀ ਹੈ। ਉਹਦਾ ਮਤਲਬ ਸੀ ਵੀ ਹਿੰਦ ਦਾ ਪੀਰ ਜਾ ਰਿਹਾ ਹੈ। ਉਹ ਗੁਰੂ ਸਾਹਿਬ ਨੂੰ ਹਿੰਦ ਦਾ ਪੀਰ ਕਹਿੰਦੇ ਸੀ। ਪੂਰਾ ਹਿੰਦੁਸਤਾਨ ਕਲਗੀਧਰ ਨੂੰ ਆਪਣਾ ਪੀਰ ਮੰਨਦਾ ਸੀ, ਮੰਨਦਾ ਹੈ, ਮੰਨਦਾ ਰਹੇਗਾ। ਉਹ ਹੈ ਹੀ ਪੀਰ ਨੇ। ਪੀਰੇ ਹਿੰਦ ਮੇਰਵਾਦ, ਕਿ ਜਾ ਰਿਹਾ ਹਿੰਦ ਦਾ ਪੀਰ, ਪਕੜ ਲਓ। ਰੌਲਾ ਪੈ ਗਿਆ। ਗੁਰੂ ਸਾਹਿਬ ਕਹਿੰਦੇ ਅਸੀਂ ਨਿਕਲ ਗਏ, ਤੂੰ ਹੈਰਾਨ ਹੈ ਵੀ ਜਿਉਂਦਾ ਕਿਵੇਂ ਹੈ। ਸੁਣ, ਹੁਮਾਰਾ ਕਸ਼ਾ ਸ਼ਾਇਦ ਬਜ਼ੇਰ। ਔਰੰਗਜ਼ੇਬ ਇੱਕ ਹੁਮਾ ਪੰਛੀ ਹੁੰਦਾ ਹੈ। ਫਾਰਸੀ ਵਾਲੇ ਉਸ ਨੂੰ ਹੁਮਾ ਕਹਿੰਦੇ ਹਨ। ਔਰੰਗਜ਼ੇਬ ਹੁਮਾ ਸਮਝਦਾ, ਤਾਂ ਮਹਾਰਾਜ ਨੇ ਹੁਮਾ ਸ਼ਬਦ ਵਰਤਿਆ। ਆਪਣੇ ਦੇਸ਼ 'ਚ ਸੰਸਕ੍ਰਿਤ ਜਿਹਨੂੰ ਅਨਲ ਪੰਛੀ ਕਹਿੰਦੇ ਨੇ। ਉਹ ਪੰਛੀ ਆਕਾਸ਼ ਵਿੱਚ ਹੀ ਰਹਿੰਦਾ। ਫਾਰਸੀ ਵਾਲੇ ਵੀ ਕਹਿੰਦੇ ਨੇ ਤੇ ਸੰਸਕ੍ਰਿਤ ਵਾਲੇ ਵੀ ਕਹਿੰਦੇ ਨੇ।